ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਸਾਰੇ ਜਾਣਦੇ ਹੀ ਹੋ ਕਿ ਜਿਹੜਾ ਹਫ਼ਤਾ ਚੱਲ ਰਿਹਾ ਹੈ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 4 ਸਾਹਿਬਜ਼ਾਦੇ, 3 ਪਿਆਰੇ, ਮਾਤਾ ਜੀ ਅਤੇ ਹੋਰ ਅਨੇਕਾਂ ਹੀ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਸਨ। ਸ਼ਹੀਦੀ ਦਾ ਕਾਰਨ ਆਪਾਂ ਸਭ ਨੂੰ ਪਤਾ ਹੈ। ਪਿਛਲੇ ਸ਼ੁੱਕਰਵਾਰ ਆਪਾਂ ਇੱਕ ਸਵਾਲ ਜਿਸ ਨੂੰ ਸਮਝ ਰਹੇ ਸਾਂ ਕਿ ਗੁਰੂ ਜੀ ਨੇ ਹਮੇਸ਼ਾ ਸਰਬੱਤ ਦੇ ਭਲੇ ਲਈ ਕੰਮ ਕੀਤਾ। ਹਮੇਸ਼ਾ ਉਹਨਾਂ ਨੇ ਮਨੁੱਖਤਾ ਦੇ ਲਈ ਕੁਝ ਚੰਗਾ ਕੀਤਾ। ਕਰਮਾਂ ਕਾਂਡਾਂ ਤੋਂ ਹੋੜ ਕੇ ਭੁੱਲਿਆਂ ਭਟਕਿਆਂ ਲੋਕਾਂ ਨੂੰ ਪਰਮਾਤਮਾ ਦਾ ਸੱਚਾ ਰਸਤਾ ਵਿਖਾਇਆ। ਪਰ ਫਿਰ ਵੀ ਉਹਨਾਂ ਦੀ ਇੰਨੀ ਵੱਡੀ ਵਿਰੋਧਤਾ ਕਿਉਂ ਹੋਈ? ਇਹ ਗੱਲ ਆਪਾਂ ਸ਼ੁੱਕਰਵਾਰ ਸਮਝ ਰਹੇ ਸਾਂ ਤੇ ਉਸ ਦਾ ਅਸੀਂ ਇੱਕ ਪਹਿਲੂ ਸਮਝਿਆ ਸੀ। ਉਹ ਪਹਿਲੂ ਇਹ ਸੀ ਕਿ ਗੁਰੂ ਜੀ ਨੇ ਹਮੇਸ਼ਾ, ਜਿਵੇਂ ਉਹਨਾਂ ਨੇ ਆਪ ਹੀ ਬਾਣੀ ਵਿੱਚ ਲਿਖਿਆ ਹੋਇਆ ਹੈ, ਸੱਚ ਸੁਨਾਏ ਸੀ ਸੱਚ ਕੀ ਬੇਲਾ। ਉਹ ਠੀਕ ਸਮੇਂ ਤੇ ਸੱਚ ਬੋਲਦੇ ਸਨ, ਚਾਹੇ ਉਹ ਕਿਸੇ ਨੂੰ ਚੰਗਾ ਲੱਗੇ ਤੇ ਚਾਹੇ ਕਿਸੇ ਨੂੰ ਨਾ ਚੰਗਾ ਲੱਗੇ। ਉਹਨਾਂ ਦਾ ਸੱਚ ਬੋਲਣਾ ਲੋਕਾਂ ਨੂੰ ਭਾਉਂਦਾ ਨਹੀਂ ਸੀ, ਚੰਗਾ ਨਹੀਂ ਸੀ ਲੱਗਦਾ। ਜਿਨ੍ਹਾਂ ਨੂੰ ਚੰਗਾ ਲੱਗਦਾ ਸੀ ਉਹ ਗੁਰੂ ਦੀ ਨੇੜਤਾ ਹਾਸਲ ਕਰ ਲੈਂਦੇ ਸਨ, ਗੁਰੂ ਦੇ ਦੱਸੇ ਰਾਹ ਤੇ ਤੁਰ ਪੈਂਦੇ ਸਨ ਤੇ ਆਪਣਾ ਜੀਵਨ ਸਫਲ ਕਰ ਲੈਂਦੇ ਸਨ। ਜਿਨ੍ਹਾਂ ਨੂੰ ਉਹਨਾਂ ਦਾ ਸੱਚ ਬੋਲਣਾ ਚੰਗਾ ਨਹੀਂ ਸੀ ਲੱਗਦਾ ਉਹ ਉਹਨਾਂ ਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਸਨ। ਸੋ ਇੱਕ ਪਹਿਲੂ ਆਪਾਂ ਇਹ ਸਮਝਿਆ ਸੀ। ਇੱਕ ਹੋਰ ਪਹਿਲੂ ਇਹ ਕਿ ਗੁਰੂ ਜੀ ਅਤੇ ਗੁਰੂ ਜੀ ਦੇ ਦਰਬਾਰ ਦੀ ਸ਼ੋਭਾ ਆਖੀਏ, ਸ਼ਾਨ ਆਖੀਏ ਜਾਂ ਦਿੱਖ ਜਿਹੜੀ ਸੀ ਉਹ ਬੜੀ ਹੀ ਚੜ੍ਹਦੀ ਕਲਾ ਵਾਲੀ ਸੀ। ਉਹਨਾਂ ਦੇ ਦਰਬਾਰ ਨੂੰ ਵੇਖਿਆ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਦੀ ਸ਼ਾਨੋ ਸ਼ੌਕਤ ਭੁੱਲ ਜਾਂਦੀ ਸੀ। ਯਾਨੀ ਔਰੰਗਜ਼ੇਬ ਦਾ ਦਰਬਾਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਸਾਹਮਣੇ ਮਾਤ ਪੈ ਜਾਂਦਾ ਸੀ, ਫਿੱਕਾ ਲੱਗਦਾ ਸੀ। ਅਤੇ ਜਿਹੜੇ ਪਹਾੜੀ ਰਾਜੇ ਸਨ, ਜਿਨ੍ਹਾਂ ਨੂੰ ਆਪਾਂ 22 ਧਾਰ ਦੇ ਰਾਜੇ ਆਖਦੇ ਹਾਂ। 22 ਧਾਰ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਇਹ ਪਹਾੜੀ ਏਰੀਆ ਸੀ, ਅੱਜ ਦੇ ਉੱਥੋਂ ਯੂਪੀ ਤੋਂ ਲੈ ਕੇ ਅੱਜ ਹਿਮਾਚਲ, ਪਹਿਲਾਂ ਤੇ ਪੰਜਾਬ ਹੀ ਹੁੰਦਾ ਸੀ, ਅਨੰਦਪੁਰ ਸਾਹਿਬ ਤੋਂ ਉੱਤੇ ਤੱਕ, ਕੁੱਲੂ ਮਨਾਲੀ ਤੱਕ ਇਹ ਕੁਝ ਰਜਵਾੜੇ ਸਨ ਜਿਨ੍ਹਾਂ ਦੀ ਇਹ ਜਿਹੜੀ ਪਾਣੀ ਦੀ ਕੋਈ ਨਦੀ ਵਹਿੰਦੀ ਸੀ ਪਹਾੜਾਂ ਵਿੱਚੋਂ, ਉਹ ਮਾਨੋ ਉਹਨਾਂ ਦੀ ਇੱਕ ਇੱਕ ਰਜਵਾੜੇ ਦੀ ਬਾਰਡਰ ਲਾਈਨ ਬਣ ਜਾਂਦੀ ਸੀ। ਉਸ ਧਾਰਾ ਨੂੰ ਉਹ ਆਪਣੀ ਬਾਰਡਰ ਲਾਈਨ ਸਮਝਦੇ ਸਨ ਤੇ ਇਹੋ ਜਿਹੇ 22 ਰਾਜੇ ਸਨ ਇਸ ਪਹਾੜੀ ਵਿੱਚ ਰਹਿੰਦੇ। ਇਸ ਲਈ ਉਹਨਾਂ ਨੂੰ 22 ਧਾਰ ਦੇ ਰਾਜੇ ਆਖਿਆ ਜਾਂਦਾ ਸੀ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੁਰੂ ਜੀ ਨੇ ਇੱਕ ਇਹਨਾਂ ਰਾਜਿਆਂ ਦੀ ਮੀਟਿੰਗ ਬੁਲਾਈ ਸੀ ਤੇ ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਆਪਾਂ ਸਾਰੇ ਮਿਲ ਕੇ ਔਰੰਗਜ਼ੇਬ ਦੇ ਜ਼ੁਲਮ ਦੇ ਖਿਲਾਫ ਖੜੇ ਹੋਈਏ। ਰਾਜਿਆਂ ਨੇ ਹਾਂ ਤਾਂ ਕੀਤੀ, ਪਰ ਗੁਰੂ ਜੀ ਨੇ ਕੁਝ ਸ਼ਰਤਾਂ ਰੱਖੀਆਂ ਕਿ ਇੱਕ ਤਾਂ ਤੁਹਾਨੂੰ ਜੇ ਮੇਰੀ ਸੰਗਤ ਵਿੱਚ ਰਹਿਣਾ ਤੇ ਉੱਚੇ ਆਚਰਨ ਵਾਲੇ ਬਣਨਾ ਪਏਗਾ, ਕਿਉਂਕਿ ਰਾਜਿਆਂ ਮਹਾਰਾਜਿਆਂ ਦਾ ਆਚਰਨ ਆਪਾਂ ਸਾਰੇ ਜਾਣਦੇ ਹੀ ਹਾਂ, ਬਹੁਤ ਚੰਗਾ ਨਹੀਂ ਸੀ ਹੁੰਦਾ। ਦੂਸਰਾ, ਜਿਨ੍ਹਾਂ ਲੋਕਾਂ ਨੂੰ ਤੁਸੀਂ ਸ਼ੂਦਰ ਆਖ ਕੇ ਪਰੇ ਕਰ ਦਿੰਦੇ ਹੋ, ਆਪਣੇ ਨੇੜੇ ਨਹੀਂ ਬੈਠਣ ਦਿੰਦੇ, ਉਹਨਾਂ ਨੂੰ ਵੀ ਆਪਣੀ ਸੰਗਤ ਵਿੱਚ ਬਿਠਾਉਣਾ ਹੋਏਗਾ। ਗਰੀਬਾਂ ਮਜ਼ਲੂਮਾਂ ਦੀ ਬਾਂਹ ਫੜਨੀ ਹੋਏਗੀ, ਉਹਨਾਂ ਦੀ ਸਹਾਇਤਾ ਕਰਨੀ ਹੋਏਗੀ। ਕਰਮ ਕਾਂਡਾਂ ਦਾ ਤਿਆਗ ਕਰਕੇ ਤੁਹਾਨੂੰ ਸੱਚ ਦੇ ਮਾਰਗ ਤੇ ਚੱਲਣਾ ਹੋਏਗਾ। ਬਾਕੀ ਗੱਲਾਂ ਤੇ ਉਹਨਾਂ ਨੂੰ ਮਨਜ਼ੂਰ ਹੁੰਦੀਆਂ ਸਨ, ਲੇਕਿਨ ਆਪਣਾ ਆਚਰਨ ਚੰਗਾ ਬਣਾ ਕੇ ਰੱਖਣਾ, ਇਸ ਗੱਲ ਤੋਂ ਉਹ ਪਿੱਛੇ ਹਟ ਜਾਂਦੇ ਸਨ। ਤੇ ਉਸ ਮੀਟਿੰਗ ਦਾ ਸਿੱਟਾ ਕੁਝ ਵੀ ਨਾ ਨਿਕਲਿਆ। ਗੁਰੂ ਜੀ ਵਾਪਸ ਆਨੰਦਪੁਰ ਆ ਗਏ। ਉਹਨਾਂ ਰਾਜਿਆਂ ਵਿੱਚੋਂ 2-3 ਰਾਜੇ ਤੇ ਇਹੋ ਜਿਹੇ ਸਨ, ਜਿਵੇਂ ਨਾਹਨ ਦਾ ਰਾਜਾ ਸੀ, ਮੇਦਨੀ ਪ੍ਰਕਾਸ਼, ਉਹ ਹਮੇਸ਼ਾ ਗੁਰੂ ਜੀ ਦੀ ਕਦਰ ਤੇ ਸਤਿਕਾਰ ਕਰਦਾ ਰਿਹਾ ਔਰ ਉਹਨਾਂ ਦੀ ਹਿਮਾਇਤ ਵਿੱਚ ਰਿਹਾ। 1-2 ਰਾਜੇ ਹੋਰ ਸਨ, ਜ਼ਿਆਦਾਤਰ ਰਾਜੇ ਗੁਰੂ ਜੀ ਦੇ ਵਿਰੋਧ ਵਿੱਚ ਹੀ ਖੜੇ ਹੋ ਗਏ। ਉਹਨਾਂ ਵਿੱਚੋਂ ਇੱਕ ਕਹਿਲੂਰ ਦਾ ਰਾਜਾ ਸੀ, ਭੀਮ ਚੰਦ ਕਰਕੇ, ਉਹਨੇ ਤੇ ਬਹੁਤ ਜ਼ਿਆਦਾ ਗੁਰੂ ਜੀ ਦੀ ਵਿਰੋਧਤਾ ਕੀਤੀ ਔਰ ਕਈ ਵਾਰੀ ਉਸਨੇ ਆਨੰਦਪੁਰ ਸਾਹਿਬ ਤੇ ਹਮਲੇ ਕੀਤੇ। ਔਰ ਆਪਾਂ ਸ਼ੁੱਕਰਵਾਰ ਇਹ ਵੀ ਗੱਲ ਸਮਝੀ ਸੀ ਕਿ ਜਿਹੜੇ 22 ਧਾਰ ਦੇ ਹਿੰਦੂ ਪਹਾੜੀ ਰਾਜੇ ਸਨ, ਇਹ ਉਹ ਰਾਜੇ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੂੰ, ਦਾਦੇ ਪੜਦਾਦਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੀ ਕੈਦ ਵਿੱਚੋਂ ਛੁਡਵਾਇਆ ਸੀ। ਇਹ ਉਹ ਰਾਜੇ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਰੋਧ ਵਿੱਚ ਖੜੇ ਹੋਏ ਸਨ। ਸੋ ਚਲੋ, ਅਸੀਂ ਗੁਰੂ ਦਰਬਾਰ ਦੀ ਗੱਲ ਕਰਦੇ ਸਾਂ ਕਿ ਇਹਨਾਂ ਪਹਾੜੀ ਰਾਜਿਆਂ ਨੂੰ ਗੁਰੂ ਦਰਬਾਰ ਦੀ ਸ਼ੋਭਾ ਚੰਗੀ ਨਹੀਂ ਸੀ ਲੱਗਦੀ। ਗੁਰੂ ਦਰਬਾਰ ਵਿੱਚ ਕੁਝ ਅਜਿਹੀਆਂ ਵਸਤੂਆਂ ਸਨ ਜਿਹੜੀਆਂ ਨਾ ਤੇ ਔਰੰਗਜ਼ੇਬ ਕੋਲ ਸਨ ਤੇ ਨਾ ਇਹਨਾਂ ਪਹਾੜੀ ਰਾਜਿਆਂ ਕੋਲ ਸਨ। ਉਹ ਵਸਤੂਆਂ ਇਹ ਹਥਿਆਉਣਾ ਚਾਹੁੰਦੇ ਸਨ। ਉਹਨਾਂ ਵਸਤੂਆਂ ਵਿੱਚ ਇੱਕ ਸ਼ਾਮਿਆਨਾ ਸੀ ਜਿਹੜਾ ਗਜ਼ਨੀ ਤੋਂ ਆਇਆ ਸੀ। ਗੁਰੂ ਮਹਾਰਾਜ ਜਦੋਂ ਉਚੇਚਾ ਦੀਵਾਨ ਸਜਾਉਂਦੇ ਤੇ ਉਸ ਸ਼ਾਮਿਆਨੇ ਉਸ ਤੰਬੂ ਵਿੱਚ ਲਗਾਇਆ ਜਾਂਦਾ। ਉੱਥੋਂ ਹੀ ਆਇਆ ਹੋਇਆ ਇੱਕ ਚੰਦੋਆ ਸੀ, ਜਿਵੇਂ ਆਪਾਂ ਇਹ ਚੰਦੋਆ ਲਗਾਉਂਦੇ ਹਾਂ, ਇਸ ਤਰ੍ਹਾਂ ਇੱਕ ਚੰਦੋਆ ਸੀ ਜਿਹੜਾ ਗੁਰੂ ਮਹਾਰਾਜ ਦੇ ਬੈਠਣ ਵਾਲੇ ਸਿੰਘਾਸਨ ਦੇ ਉੱਤੇ ਲਗਾਇਆ ਜਾਂਦਾ ਸੀ। ਉਹ ਅਤੀ ਕੀਮਤੀ ਸੀ। ਗੁਰੂ ਮਹਾਰਾਜ ਇੱਕ ਕਲਗੀ ਸਜਾਉਂਦੇ ਹੁੰਦੇ ਸਨ ਆਪਣੇ ਸੀਸ ਤੇ। ਉਹ ਉਸ ਵਕਤ, ਅੱਜ ਤੋਂ 350 ਵਰ੍ਹਾ ਪਹਿਲਾਂ, ਉਹ 1.25 ਲੱਖ ਰੁਪਈਏ ਦੀ ਹੁੰਦੀ ਸੀ। ਇੱਕ ਅਸਾਮ ਦਾ ਰਾਜਾ ਸੀ ਰਤਨ ਰਾਏ। ਉਹ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਕੁਝ ਭੇਟਾਵਾਂ ਲੈ ਕੇ ਹਾਜ਼ਰ ਹੋਇਆ ਸੀ। ਇਹ ਰਤਨ ਰਾਏ ਰਾਜਾ ਰਾਮ ਦਾ ਪੁੱਤਰ ਸੀ, ਅਸਾਮ ਵਾਲੇ ਰਾਜੇ ਦਾ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਪੈਦਾ ਹੋਇਆ ਸੀ, ਉਹਨਾਂ ਦੇ ਵਰ ਨਾਲ ਪੈਦਾ ਹੋਇਆ ਸੀ। ਜਿਹੜੀਆਂ ਇਹਨੇ ਭੇਟਾਵਾਂ ਲਿਆਂਦੀਆਂ, ਉਹਨਾਂ ਭੇਟਾਵਾਂ ਵਿੱਚ ਇੱਕ ਚੰਦਨ ਦੀ ਚੌਂਕੀ ਸੀ, ਜਿਸ ਚੌਂਕੀ ਨੂੰ ਦਰਬਾਰ ਵਿੱਚ ਜਦੋਂ ਡਾਹਿਆ ਜਾਂਦਾ, ਰੱਖਿਆ ਜਾਂਦਾ, ਤੇ ਉਹ ਸਾਰੇ ਦਰਬਾਰ ਵਿੱਚ ਉਹਦੀ ਸੁਗੰਧੀ ਫੈਲ ਜਾਂਦੀ ਸੀ।
ਫਿਰ ਉਸਨੇ ਇੱਕ 5 ਕਲਾ ਸ਼ਸਤਰ ਲਿਆਂਦਾ ਸੀ। ਉਹਦਾ ਬਟਨ ਨੱਪੋ ਤੇ ਇੱਕ ਸ਼ਸਤਰ ਨਿਕਲਦਾ, ਦੂਸਰਾ ਬਟਨ ਨੱਪੋ ਤੇ ਉਹ ਬੰਦ ਹੁੰਦਾ ਤੇ ਦੂਸਰਾ ਨਿਕਲਦਾ। ਇਸ ਤਰ੍ਹਾਂ 5 ਸ਼ਸਤਰ ਉਸ ਇੱਕ ਮਿਆਨ ਵਿੱਚ ਹੁੰਦੇ ਸਨ। ਉਸ ਨੂੰ 5 ਕਲਾ ਸ਼ਸਤਰ ਬੋਲਦੇ ਸਨ। ਇੱਕ ਉਹਨੇ ਹਾਥੀ ਭੇਟ ਕੀਤਾ ਸੀ, ਜਿਸ ਨੂੰ ਪ੍ਰਸਾਦੀ ਹਾਥੀ ਆਖਦੇ ਸਨ। ਉਹ ਹਾਥੀ ਇੰਨਾ ਸਿਆਣਾ, ਸਮਝਦਾਰ ਤੇ ਇੰਨਾ ਟ੍ਰੇਨਡ ਸੀ। ਗੁਰੂ ਮਹਾਰਾਜ ਜੀ ਜਦੋਂ ਦਰਬਾਰ ਵਿੱਚ ਅੰਦਰ ਆਉਂਦੇ ਸਨ, ਜੋੜਾ ਦਰਵਾਜ਼ੇ ਦੇ ਕੋਲ ਉਤਾਰ ਕੇ, ਤੇ ਉਹ ਗੁਰੂ ਸਾਹਿਬ ਦੇ ਜੋੜੇ ਨੂੰ ਚੁੱਕ ਕੇ ਹਾਥੀ ਇੱਕ ਬੜੀ ਉੱਚੀ ਜਗ੍ਹਾ ਤੇ ਟਿਕਾ ਦਿਆ ਕਰਦਾ ਸੀ। ਜਦੋਂ ਦਰਬਾਰ ਦੀ ਸਮਾਪਤੀ ਹੁੰਦੀ, ਗੁਰੂ ਮਹਾਰਾਜ ਬਾਹਰ ਦਰਵਾਜ਼ੇ ਕੋਲ ਜਾਂਦੇ ਤੇ ਉਹ ਹਾਥੀ ਛੇਤੀ ਨਾਲ ਆ ਕੇ ਜੋੜਾ ਉਤਾਰ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਕੋਲ ਰੱਖਿਆ ਕਰਦਾ। ਉਹ ਹਾਥੀ ਇਹੋ ਜਿਹੀਆਂ ਹੋਰ ਬੇਅੰਤ ਚੀਜ਼ਾਂ ਸਨ ਜਿਹੜੀਆਂ ਭੀਮ ਚੰਦ ਹਥਿਆਉਣਾ ਚਾਹੁੰਦਾ ਸੀ। ਉਹਨੇ 2-3 ਦਫਾ, ਇੱਕ ਇਹਨਾਂ ਦਾ ਪੁਰੋਹਿਤ ਹੋਇਆ ਜੀ ਪੰਡਿਤ, ਉਹਦਾ ਨਾਂ ਸੀ ਪੰਮਾ ਪੁਰੋਹਿਤ, ਪਰਮਾਨੰਦ ਸੀ ਵੈਸੇ ਨਾਂ ਉਹਦਾ, ਉਸ ਨੂੰ ਪੰਮਾ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਉਹਦੇ ਰਾਹੀਂ ਕਈ ਵਾਰੀ ਗੱਲ ਹੋਈ ਕਿ ਗੁਰੂ ਜੀ ਇਹ ਚੀਜ਼ਾਂ ਭੀਮ ਚੰਦ ਨੂੰ ਦੇ ਦੇਣ। ਇਹ ਫਕੀਰਾਂ ਦੇ ਦਰਬਾਰ ਵਿੱਚ ਇਹਨਾਂ ਚੀਜ਼ਾਂ ਦੀ ਕਿਹੜੀ ਅਹਿਮੀਅਤ ਹੈ, ਇਹ ਤੇ ਰਾਜਿਆਂ ਦੇ ਦਰਬਾਰਾਂ ਵਿੱਚ ਸ਼ੋਭਦੀਆਂ ਨੇ। ਗੁਰੂ ਸਾਹਿਬ ਜੀ ਨੇ ਮਨਾ ਕਰਤਾ, ਕਿਉਂਕਿ ਉਹਦੀ ਨੀਅਤ ਮਾੜੀ ਸੀ ਕਿ ਉਹ ਚੀਜ਼ਾਂ ਲਵੇਗਾ ਤੇ ਵਾਪਸ ਨਹੀਂ ਦੇਵੇਗਾ। ਨਾਲੇ ਗੁਰੂ ਜੀ ਆਖਦੇ ਸਨ ਵੀ ਇਹ ਮੇਰੀ ਨਿੱਜੀ ਕੋਈ ਜਾਇਦਾਦ ਨਹੀਂ, ਇਹ ਗੁਰੂ ਦਰਬਾਰ ਵਿੱਚ ਜੋ ਕੁਝ ਵੀ ਇਹ ਸੰਗਤ ਦਾ ਹੈ। ਇਹ ਸੰਗਤ ਦੇ ਸਹਾਰੇ ਹੀ ਬਿਲਡਿੰਗਸ ਬਣਦੀਆਂ ਨੇ, ਸੰਗਤ ਦੇ ਸਹਾਰੇ ਹੀ ਇਹ ਦਰਬਾਰ ਸੱਜਦੇ ਨੇ, ਸੰਗਤ ਦੇ ਸਹਾਰੇ ਹੀ ਇਹ ਸਭ ਕੁਝ ਹੁੰਦਾ ਹੈ। ਅੱਜ ਜੇ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਉਹਦਾ ਜਾਹੋ ਜਲਾਲ ਵੇਖੋ ਤੇ ਲੋਕ ਕਿਉਂ ਦੁਖੀ ਨੇ ਉਹਦੇ ਤੋਂ। ਬਹੁਤ ਸਾਰੇ ਲੋਕ ਇਸ ਗੱਲ ਤੋਂ ਦੁਖੀ ਹੋਏ ਬੈਠੇ ਨੇ ਵੀ ਇਹਦੀ, ਇਸ ਦਰਬਾਰ ਦੀ ਇੰਨੀ ਸ਼ਾਨ ਉੱਚੀ ਤੇ ਸੁੱਚੀ ਕਿਉਂ ਹੈ। ਬੇਅਦਬੀਆਂ ਕਰਨ ਤੇ ਤੁੱਲੇ ਨੇ, ਹੋਰ ਇਹੋ ਜਿਹੇ ਕਰਮ ਉਹ ਲੋਕ ਕਰਦੇ ਨੇ, ਬਿਨਾਂ ਵਜ੍ਹਾ ਤੋਂ ਕੋਈ ਨਾ ਕੋਈ ਮਾੜੀ ਗੱਲ ਲੋਕਾਂ ਵਿੱਚ ਫੈਲਾਉਂਦੇ ਨੇ ਉਹਦੇ ਬਾਰੇ। ਉਹ ਜਿਹੜੀ ਸ਼ੋਭਾ ਹੈ ਦਰਬਾਰ ਦੀ, ਉਹ ਕਈਆਂ ਨੂੰ ਪਚਦੀ ਨਹੀਂ, ਚੰਗੀ ਨਹੀਂ ਲੱਗਦੀ। ਬਸ ਇਹੋ ਹੀ ਹਾਲ ਸੀ ਜਿਹੜਾ ਅੱਜ ਵਰਤ ਰਿਹਾ ਹੈ ਨਾ। ਹੁਣ ਗੁਰਦੁਆਰੇ ਨੇ ਪੂਰੀ ਦੁਨੀਆ ਦੇ ਅੰਦਰ, ਔਰ ਹਰ ਆਏ ਗਏ ਨੂੰ ਲੰਗਰ ਫ੍ਰੀ ਮਿਲਦਾ, ਕੋਈ ਦੁਨੀਆ ਦਾ ਬੰਦਾ ਆਵੇ। ਆਹ ਕਰੋਨਾ ਵਾਇਰਸ ਦੇ ਵੇਲੇ ਜਿੰਨਾ ਗੁਰਦੁਆਰਿਆਂ ਨੇ ਲੰਗਰ ਦੀ, ਦਵਾਈਆਂ ਦੀ, ਆਕਸੀਜਨ ਦੀ, ਕੱਪੜਿਆਂ ਲੀੜਿਆਂ ਦੀ, ਦੁਖੀ ਲੋਕਾਂ ਨੂੰ ਆਪਣੇ ਕੋਲ ਬਿਠਾਉਣ ਦੀ ਜਿੰਨੀ ਸੇਵਾ ਕੀਤੀ ਏ, ਇੰਨੀ ਸੇਵਾ ਵਕਤ ਦੀਆਂ ਸਰਕਾਰਾਂ ਵੀ ਨਹੀਂ ਕਰ ਪਾਈਆਂ। ਜਦੋਂ ਜ਼ਰੂਰਤ ਹੁੰਦੀ ਹੈ ਲੋਕ ਉਦੋਂ ਚੰਗਾ ਚੰਗਾ ਸਿੱਖਾਂ ਨੂੰ ਆਖਦੇ ਨੇ, ਸਮਾਂ ਨਿਕਲ ਜਾਂਦਾ ਹੈ ਤੇ ਫਿਰ ਵਾਪਸ ਉੱਥੇ ਹੀ ਆ ਜਾਂਦੇ ਨੇ। ਇਹ ਬੜੇ ਮਾੜੇ ਨੇ, ਇਹ ਬੜੇ ਘਟੀਆ ਲੋਕ ਨੇ। ਜੋ ਅੱਜ ਹੋ ਰਿਹਾ ਹੈ ਬਿਲਕੁਲ ਇਹੋ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਹੋ ਰਿਹਾ ਸੀ। ਉਹਨਾਂ ਦੇ ਦਰਬਾਰ ਦੀ ਇਹ ਸ਼ੋਭਾ ਚੰਗੀ ਨਾ ਲੱਗੀ ਜੀ। ਇੱਕ ਤੇ ਮੈਨੂੰ ਭੁੱਲ ਹੀ ਗਿਆ, ਰਣਜੀਤ ਨਗਾਰਾ ਸੀ ਉਹਨਾਂ ਦੇ ਦਰਬਾਰ ਵਿੱਚ। ਇਹ ਜਦੋਂ ਨਗਾਰਾ ਖੜਕਦਾ ਸੀ ਨਾ, 2 ਵਕਤ ਵਜਾਉਂਦੇ ਸਨ ਉੱਥੇ ਨਗਾਰਾ। ਤੇ ਨਗਾਰੇ ਦਾ ਮਤਲਬ ਇਹ ਨਹੀਂ ਸੀ ਵੀ ਅਸੀਂ ਜੰਗ ਕਰਨ ਨੂੰ ਤਿਆਰ ਹਾਂ। ਨਗਾਰੇ ਦਾ ਮਤਲਬ ਹੁੰਦਾ ਹੈ ਕਿ ਦੂਰ ਤੱਕ ਕੋਈ ਆਵਾਜ਼ ਜਿੱਥੋਂ ਤੱਕ ਸੁਣਦਾ ਹੋਵੇ ਉਹਨੂੰ ਪਤਾ ਲੱਗ ਜੇ ਵੀ ਇੱਥੇ ਗੁਰੂ ਦਾ ਦਰਬਾਰ ਹੈ। ਉਹਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤੇ ਉਹ ਆ ਜਾਏ, ਉਹਦੀ ਜ਼ਰੂਰਤ ਪੂਰੀ ਕੀਤੀ ਜਾਏਗੀ। ਇਹਦਾ ਮਤਲਬ ਅਸਲ ਵਿੱਚ ਇਹ ਹੈ। ਇੱਕ ਉਹ ਪਹਾੜੀ ਏਰੀਆ ਸੀ, 4 ਚੁਫੇਰੇ ਛੋਟੇ ਛੋਟੇ ਨਦੀਆਂ ਨਾਲੇ ਵਹਿੰਦੇ ਸਨ, ਤੇ ਜਦੋਂ ਨਗਾਰਾ ਵੱਜਦਾ ਸੀ ਉਹਦੀ ਆਵਾਜ਼ ਬੜੀ ਗੂੰਜਦੀ ਸੀ ਪਹਾੜੀਆਂ ਦੇ ਵਿੱਚ। ਉਹ ਵੀ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ। ਉਹ ਸਮਝਦੇ ਸਨ ਵੀ ਇਹ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ
ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਦਿਨ ਆਪਣਾ ਰਾਜ ਕਾਇਮ ਕਰ ਲੈਣਗੇ ਇਸ ਏਰੀਏ ਵਿੱਚ, ਜਦੋਂ ਕਿ ਗੁਰੂ ਜੀ ਦੀ ਇਹੋ ਜਿਹੀ ਕੋਈ ਮਨਸ਼ਾ ਨਹੀਂ ਸੀ। ਸੋ ਇਸ ਲਈ ਉਹਨਾਂ ਨੇ ਹਮਲੇ ਕੀਤੇ। ਜਿਹੜੀ ਆਪਾਂ ਗੱਲ ਕੀਤੀ ਸੀ ਨਾ ਆਖਰੀ ਲੜਾਈ ਅਨੰਦਪੁਰ ਸਾਹਿਬ ਦੀ, ਉਹਦੇ ਵਿੱਚ ਔਰੰਗਜ਼ੇਬ ਦੀ ਫੌਜ ਆਈ, ਜਿਹਦੇ ਵਿੱਚ ਸੈਦ ਖਾਨ ਆਇਆ ਸੀ, ਆਪਾਂ ਉਹਦੀ ਗੱਲ ਸਮਝੀ ਸੀ। ਫਿਰ ਉਹਦੇ ਵਿੱਚ ਸਰਹੰਦ ਦਾ ਵਜ਼ੀਰ ਖਾਨ ਸੂਬੇਦਾਰ ਸੀ, ਉਹਦੀ ਸਾਰੀ ਫੌਜ ਆਈ। ਲਾਹੌਰ ਦੇ ਸੂਬੇਦਾਰ ਦੀ ਫੌਜ ਆਈ, ਕਸ਼ਮੀਰ ਦੇ ਸੂਬੇਦਾਰ ਦੀ ਫੌਜ ਆਈ, ਤੇ ਇਹ ਜਿਹੜੇ ਬਾਹੀਆਂ ਵਿੱਚੋਂ ਕੁਝ ਸਨ ਪਹਾੜੀ ਰਾਜੇ, ਉਹਨਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ। ਇਹ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਇਕੱਠੀਆਂ ਹੋਈਆਂ। ਇਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ, ਤੇ ਇਹ ਘੇਰਾ ਤਕਰੀਬਨ 8-9 ਮਹੀਨੇ ਚੱਲਿਆ। ਮਾਰਚ ਵਿੱਚ ਘੇਰਾ ਪਿਆ ਸੀ ਤੇ ਦਸੰਬਰ ਤੱਕ ਇਹ ਘੇਰਾ ਚੱਲਦਾ ਰਿਹਾ। ਸੋ ਜੀ ਇਹ ਇੱਕ ਪੱਖ। ਦੂਸਰਾ ਸੀ ਕਿ ਗੁਰੂ ਮਹਾਰਾਜ ਜੀ ਦੀ ਵਿਰੋਧਤਾ ਕਿਉਂ ਹੋਈ, ਉਸ ਦਾ ਕਾਰਨ ਕੀ ਹੈ। ਅਗਲਾ ਇੱਕ ਸਵਾਲ ਹੋਰ ਆਇਆ ਸੀ, ਅੱਗੇ ਆਪਾਂ ਚੱਲਦੇ ਹਾਂ ਕਿ ਅਨੰਦਪੁਰ ਸਾਹਿਬ ਛੱਡਣਾ ਗੁਰੂ ਜੀ ਨੇ, ਲੇਕਿਨ ਇੱਕ ਸਵਾਲ ਸੀ ਕਿ ਥੋੜ੍ਹੇ ਜਿਹੇ ਸਿੰਘ ਬਹੁਤ ਵੱਡੀਆਂ ਫੌਜਾਂ ਦਾ ਮੁਕਾਬਲਾ ਕਰ ਲੈਂਦੇ ਸਨ, ਉਹ ਕਿਵੇਂ ਕਰ ਲੈਂਦੇ ਸਨ। ਜਿਵੇਂ ਆਪਾਂ ਪੜ੍ਹਿਆ ਸੀ ਸ਼ੁੱਕਰਵਾਰ ਕੇ 1.25 ਲੱਖ ਸੇ ਏਕ ਲੜਾਊਂ, ਤਬ ਹੈ ਗੋਬਿੰਦ ਸਿੰਘ ਨਾਮ ਕਹਾਊਂ। ਅਸਲ ਵਿੱਚ ਉਹਨਾਂ ਨੇ ਮਾਨੋ ਇਹ ਜਿਹੜੇ ਸਨ ਲੋਕ ਹਿੰਦੁਸਤਾਨੀ, ਇਹ ਚਿੜੀਆਂ ਦੀ ਨਿਆਈ ਸਨ, ਤੇ ਜਿਹੜੇ ਅਫਗਾਨ ਤੋਂ ਜਰਵਾਣੇ ਆਉਂਦੇ ਜਿਨ੍ਹਾਂ ਨੇ ਹਿੰਦੁਸਤਾਨ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ, ਉਹ ਬਾਜਾਂ ਦੀ ਨਿਆਈ ਸਨ। ਤਾਂ ਹੀ ਆਖਿਆ ਸੀ ਚਿੜੀਓਂ ਸੇ ਮੈਂ ਬਾਜ ਤੁੜਾਊਂ, ਵੀ ਇਹਨਾਂ ਗਰੀਬਾਂ ਲੋਕਾਂ ਨੂੰ, ਇਹਨਾਂ ਮਾੜਿਆਂ ਲੋਕਾਂ ਨੂੰ ਮੈਂ ਇਕੱਠਿਆਂ ਕਰਕੇ, ਜਿਹੜੇ ਸਾਹ ਸਤਹੀਨ ਹੋ ਚੁੱਕੇ ਨੇ, ਇਹਨਾਂ ਵਿੱਚ ਉਹ ਜੁਰਤ ਭਰਾਂਗਾ ਕਿ ਇਹ ਔਰੰਗਜ਼ੇਬੀ ਜ਼ੁਲਮ ਦੇ ਸਾਹਮਣੇ ਡਟ ਜਾਣਗੇ। ਇਹ ਗੁਰੂ ਜੀ ਦਾ ਮਨਸ਼ਾ ਸੀ, ਔਰ ਉਹਨਾਂ ਨੇ ਸਾਰਿਆਂ ਲੋਕਾਂ ਨੂੰ ਇਕੱਠਿਆਂ ਕੀਤਾ। ਜਿਹੜੀ ਖੰਡੇ ਬਾਟੇ ਦੀ ਪਹੁਲ ਹੈ ਨਾ ਜੀ, ਉਹਦਾ ਜਿਹੜਾ ਇੱਕ ਮਕਸਦ ਸੀ, ਮਕਸਦ ਕਈ ਹੋ ਸਕਦੇ ਨੇ ਹਰ ਇੱਕ ਚੀਜ਼ ਦੇ, ਪਰ ਉਹਦਾ ਇੱਕ ਮਕਸਦ ਜਿਹੜਾ ਸੀ, ਉਹ ਸੀ ਸਾਰਿਆਂ ਨੂੰ ਇਕੱਠਿਆਂ ਬਿਠਾ ਕੇ ਇੱਕ ਬਾਟੇ ਵਿੱਚੋਂ ਇਹ ਪਾਹੁਲ ਦੇ ਕੇ ਉਹਨਾਂ ਦੇ ਅੰਦਰੋਂ ਜਾਤੀਵਾਦ ਤੇ ਊਚ ਨੀਚ ਦੇ ਭੇਦਭਾਵ ਨੂੰ ਖਤਮ ਕਰਨਾ। ਵੀ ਜੇ ਇਹਨਾਂ ਵਿੱਚ ਊਚ ਨੀਚ ਦਾ ਭੇਦਭਾਵ ਬਣਿਆ ਰਿਹਾ ਜਿਵੇਂ ਬਣਿਆ ਹੋਇਆ ਸੀ, ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਸ੍ਰੇਸ਼ਟ ਮੰਨਦਾ ਸੀ, ਉਹਦਾ ਕਰਮ ਸੀ ਸਿਰਫ ਵੇਦ ਪੜ੍ਹਨੇ ਪੜ੍ਹਾਉਣੇ, ਜੱਗ ਕਰਨੇ ਕਰਾਉਣੇ। ਜਿਹੜਾ ਖੱਤਰੀ ਸੀ ਉਹਦਾ ਕਰਮ ਸੀ ਉਹ ਮੈਦਾਨੇ ਜੰਗ ਵਿੱਚ ਲੜੇਗਾ। ਵੈਸ਼ ਦਾ ਕਰਮ ਸੀ ਉਹ ਸਿਰਫ ਕਿਰਤ ਵਿਰਤ ਕਰੇਗਾ, ਤੇ ਸ਼ੂਦਰ ਦਾ ਕੰਮ ਸੀ ਉਹ ਦੂਸਰਿਆਂ ਦੀ ਸੇਵਾ ਕਰੇਗਾ। ਇਸ ਤਰ੍ਹਾਂ 4 ਹਿੱਸਿਆਂ ਵਿੱਚ ਮਨੁੱਖ ਜਾਤੀ ਨੂੰ ਵੰਡਿਆ ਜਾ ਚੁੱਕਿਆ ਹੋਇਆ ਸੀ। ਗੁਰੂ ਜੀ ਨੇ ਉਹਨਾਂ 4 ਤਰ੍ਹਾਂ ਦੇ ਲੋਕਾਂ ਨੂੰ ਇਕੱਠਿਆਂ ਕੀਤਾ ਵੀ ਤੁਸੀਂ ਇਹ ਇੱਕ ਕੰਮ ਨਹੀਂ ਵੰਡੋ, ਸਗੋਂ ਸਾਰੇ ਇਕੱਠੇ ਹੋ ਕੇ ਹਰ ਕੰਮ ਨੂੰ ਕਰੋ। ਜੇ ਮੈਦਾਨ ਵਿੱਚ ਜਾਣਾ ਤੇ ਇਕੱਲਾ ਖੱਤਰੀ ਹੀ ਕਿਉਂ ਜਾਏਗਾ, ਬਾਕੀ ਲੋਕਾਂ ਨੂੰ ਕੀ ਹੈ, ਉਹ ਵੀ ਜਾਣਗੇ। ਉਹਨਾਂ ਦੀ ਜਿਹੜੀ ਸਟਰੈਂਗਥ ਹੈ, ਮਜ਼ਬੂਤੀ ਹੈ ਜਿਹੜੀ, ਉਹ ਵਧੇਗੀ। ਸੋ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਉਸ ਮਕਸਦ ਨੂੰ ਪੂਰਿਆਂ ਕੀਤਾ। ਇੱਕ ਬਾਟੇ ਵਿੱਚੋਂ ਪਾਹੁਲ ਛਕਾ ਕੇ ਊਚ ਨੀਚ ਤੇ ਜਾਤੀਵਾਦ ਦੇ ਭਰਮ ਭੇਦ ਨੂੰ ਖਤਮ ਕਰ ਦਿੱਤਾ। ਲੋਕਾਂ ਵਿੱਚ ਇੰਨੀ ਜੁਰਤ ਭਰੀ ਗਈ ਕਿ ਉਹ ਕੱਲਾ ਹੀ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਵੇਖਦਾ, ਉਹਦੇ ਖਿਲਾਫ ਉਹ ਡਟ ਜਾਂਦਾ, ਚਾਹੇ ਉਹਨੂੰ ਸ਼ਹੀਦੀ ਕਿਉਂ ਨਾ ਪਾਉਣੀ ਪੈ ਜਾਂਦੀ। ਸੋ ਅਸੀਂ ਇੱਕ ਗੱਲ ਹੋਰ ਸਮਝਣੀ ਹੈ ਕਿ ਇਹ ਜਿਹੜੇ ਰਾਜੇ ਸਨ, ਚਾਹੇ ਉਹ ਔਰੰਗਜ਼ੇਬ ਸੀ, ਚਾਹੇ ਉਹ ਹੋਰ ਸੂਬਿਆਂ ਦੇ ਸਨ, ਚਾਹੇ ਉਹ 22 ਧਾਰ ਦੇ ਰਾਜੇ ਸਨ, ਜਿਹੜੇ ਫੌਜੀ ਜਵਾਨ ਸਨ ਇਹਨਾਂ ਰਾਜਿਆਂ ਕੋਲ, ਉਹ ਵੀ ਕਿਤੇ ਮਾੜੇ ਨਹੀਂ ਸਨ। ਉਹ ਵੀ ਗੱਭਰੂ ਸਨ, ਤਕੜੇ ਸਨ,
ਸਗੋਂ ਉਹਨਾਂ ਕੋਲ ਤੇ ਬੜੀ ਵੱਡੀ ਟ੍ਰੇਨਿੰਗ ਹੁੰਦੀ ਸੀ ਕਿ ਮੈਦਾਨੇ ਜੰਗ ਵਿੱਚ ਲੜਨਾ ਕਿਵੇਂ ਆ। ਉਹਨਾਂ ਕੋਲ ਉਸ ਵਕਤ ਦੇ ਸਾਰੇ ਆਧੁਨਿਕ ਸ਼ਸਤਰ ਹੁੰਦੇ ਸਨ, ਪਰ ਇਹਨਾਂ ਲੋਕਾਂ ਕੋਲ ਤੇ ਉਹ ਸਭ ਕੁਝ ਨਹੀਂ ਸੀ। ਨਾ ਚੰਗੇ ਸ਼ਸਤਰ, ਨਾ ਵਧੀਆ ਟ੍ਰੇਨਿੰਗ, ਨਾ ਵਧੀਆ ਸਿਖਲਾਈ। ਬਸ ਇੱਕੋ ਉਹਨਾਂ ਵਿੱਚ ਜਜ਼ਬਾ ਸੀ ਭਰਿਆ ਹੋਇਆ, ਤੇ ਜਜ਼ਬਾ ਇਹੋ ਹੀ ਸੀ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਾਂਗੇ। ਕਿਸੇ ਵੀ ਜਰਵਾਣੇ ਨੂੰ ਕਿਸੇ ਮਜ਼ਲੂਮ ਉੱਤੇ ਜ਼ੁਲਮ ਕਰਨ ਦਾ ਕੋਈ ਹੱਕ ਨਹੀਂ, ਤੇ ਹਰ ਮਨੁੱਖ ਨੂੰ ਆਪਣੇ ਧਰਮ ਦੇ ਅਕੀਦੇ ਮੁਤਾਬਕ ਜਿਉਣ ਦਾ ਹੱਕ ਹੋਣਾ ਚਾਹੀਦਾ ਹੈ। ਇਹ ਤੇ ਆਪਾਂ ਨੂੰ ਪਤਾ ਹੀ ਹੈ ਵੀ ਜਿਵੇਂ ਔਰੰਗਜ਼ੇਬ ਕਹਿ ਰਿਹਾ ਸੀ ਕਿ ਮੈਂ ਪੂਰੇ ਭਾਰਤ ਦੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਹੈ, ਲੇਕਿਨ ਗੁਰੂ ਜੀ ਆਖਦੇ ਸੀ ਕਿਉਂ ਬਣਾਉਣਾ ਹੈ ਤੂੰ ਮੁਸਲਮਾਨ? ਜਿਸ ਤਰ੍ਹਾਂ ਜਿਸ ਧਰਮ ਵਿੱਚ ਲੋਕ ਪੈਦਾ ਹੋਏ ਨੇ ਉੱਥੇ ਕੀ ਹਰਜ ਹੈ ਕਿ ਉੱਥੇ ਹੀ ਰਹਿਣ ਉਹ, ਤੇ ਆਪਣੇ ਧਾਰਮਿਕ ਅਕੀਦੇ ਮੁਤਾਬਕ ਉਹ ਰੱਬ ਦੀ ਭਗਤੀ ਕਰਨ। ਸੋ ਗੁਰੂ ਜੀ ਦਾ ਇਹ ਵਿਚਾਰ ਸੀ। ਅਸੀਂ ਜਿੱਥੇ ਇਹ ਫੌਜੀ ਤਾਕਤ ਦੀ ਗੱਲ ਕਰਦੇ ਹਾਂ ਕਿ ਉਹਨਾਂ ਰਾਜਿਆਂ ਦੇ ਫੌਜੀ ਵੀ ਕਮਜ਼ੋਰ ਨਹੀਂ ਸਨ ਸਿੱਖਾਂ ਨਾਲੋਂ, ਸਗੋਂ ਮਜ਼ਬੂਤ ਸਨ। ਲੇਕਿਨ ਗੁਰੂ ਦੇ ਸਿੱਖਾਂ ਵਿੱਚ, ਗੁਰੂ ਦੀ ਫੌਜ ਵਿੱਚ ਵਾਧਾ ਕੀ ਸੀ? ਉਹ ਵਾਧਾ ਇਹ ਸੀ ਜਿਸ ਨੂੰ ਆਪਾਂ ਰੂਹਾਨੀਅਤ ਆਖਦੇ ਹਾਂ, ਜਿਸ ਨੂੰ ਆਪਾਂ ਦੈਵੀ ਸ਼ਕਤੀ ਆਖਦੇ ਹਾਂ, ਜਿਸ ਨੂੰ ਆਪਾਂ ਰੱਬੀ ਕਰਾਮਾਤ ਆਖਦੇ ਹਾਂ। ਉਹ ਇਹਨਾਂ ਸਿੱਖਾਂ ਵਿੱਚ ਵਾਧਾ ਸੀ ਉਹਨਾਂ ਲੋਕਾਂ ਨਾਲੋਂ। ਕੱਲ੍ਹ ਸ਼ਾਮੀ ਮੈਂ ਦਰਬਾਰ ਸਾਹਿਬ ਜੀ ਤੋਂ ਕੀਰਤਨ ਆ ਰਿਹਾ ਸੀ, ਸੁਣਦਾ ਸਾਂ। ਉਹਦੇ ਵਿੱਚ ਨਾ ਇੱਕ ਸ਼ਬਦ ਗਾਵਿਆ ਜਾ ਰਿਹਾ ਸੀ। ਸ਼ਬਦ ਸੀ ਭੱਟਾਂ ਦੀ ਬਾਣੀ ਵਿੱਚੋਂ, ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਾਰਬ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਜੇ ਗੁਰੂ ਵੱਲ ਹੋਵੇ, ਜੇ ਗੁਰੂ ਆਪਣੇ ਵੱਲ ਹੋਵੇ, ਜੇ ਗੁਰੂ ਦੀ ਮਿਹਰ ਆਪਣੇ ਵੱਲ ਹੋਵੇ, ਤੇ ਭਾਵੇਂ ਦੁਸ਼ਮਣ ਦੀਆਂ ਲੱਖਾਂ ਬਾਹਾਂ ਭਾਵ ਵੱਡੇ ਵੱਡੇ ਫੌਜੀ ਲੋਕ ਆ ਜਾਣ, ਉਹ ਕੀ ਵਿਗਾੜ ਸਕਦੇ ਨੇ ਜੇ ਗੁਰੂ ਦੀ ਮਿਹਰ ਹੋਵੇ ਤਾਂ, ਜੇ ਗੁਰੂ ਦੀ ਰਹਿਮਤ ਹੋਵੇ ਤਾਂ। ਸੋ ਆਹ ਚੀਜ਼ ਵੱਧ ਸੀ ਸਿੱਖ ਫੌਜੀਆਂ ਦੇ ਕੋਲ। ਉਹਨਾਂ ਵੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ, ਜਿਵੇਂ ਅਰਜਨ ਵੱਲ ਕ੍ਰਿਸ਼ਨ ਜੀ ਸਨ। ਭਾਵੇਂ ਦੂਜੇ ਪਾਸੇ ਕਿੰਨੀ ਵੱਡੀ ਫੌਜ ਸੀ, ਕੁਝ ਨਾ ਵਿਗਾੜ ਸਕੇ ਉਹ। ਇੱਕ ਪਾਸੇ ਛੋਟੀ ਜਿਹੀ ਟੁਕੜੀ ਹੈ ਫੌਜੀਆਂ ਦੀ, ਪਰ ਉਹਨਾਂ ਦੇ ਵਿਚਕਾਰ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ, ਵੱਡੀਆਂ ਰਹਿਮਤਾਂ ਦੇ ਮਾਲਕ, ਵੱਡੀ ਦੈਵੀ ਸ਼ਕਤੀ ਦੇ ਮਾਲਕ, ਵੱਡੀ ਰੂਹਾਨੀਅਤ ਦੇ ਮਾਲਕ। ਜਿਸ ਪਾਸੇ ਉਹ ਹੋਣਗੇ ਉਹ ਪਾਸਾ ਹਮੇਸ਼ਾ ਹੀ ਜਿੱਤੇਗਾ। ਸੋ ਇਸ ਦੀ ਅਸੀਂ ਇੱਕ ਛੋਟੀ ਜਿਹੀ ਉਦਾਹਰਨ ਲੈਂਦੇ ਹਾਂ। ਇਹਨਾਂ ਪਹਾੜੀ ਰਾਜਿਆਂ ਨੇ ਆਨੰਦਗੜ੍ਹ ਦੇ ਦਰਵਾਜ਼ੇ ਨੂੰ ਤੋੜਨ, ਕਿਲੇ ਦੇ ਦਰਵਾਜ਼ੇ ਨੂੰ ਤੋੜਨ ਵਾਸਤੇ ਇੱਕ ਹਾਥੀ ਲਿਆਂਦਾ। ਉਸ ਨੂੰ ਨਸ਼ਾ ਪਿਲਾਇਆ ਗਿਆ, ਉਹਦੇ ਮੱਥੇ ਉੱਤੇ ਵੱਡੇ ਵੱਡੇ ਲੋਹੇ ਦੇ ਤਵੇ ਬੰਨੇ ਗਏ ਕਿ ਹਾਥੀ ਨੂੰ ਇਸ ਤਰ੍ਹਾਂ ਸਮਝਾਇਆ ਗਿਆ। ਤੁਹਾਨੂੰ ਇਹ ਤੇ ਪਤਾ ਹੀ ਹੋਣਾ, ਹਾਥੀ ਟ੍ਰੇਨਡ ਕੀਤੇ ਜਾ ਸਕਦੇ ਨੇ, ਘੋੜੇ ਵੀ, ਹਾਥੀ ਵੀ। ਜਿਵੇਂ ਤੋਤੇ ਬੋਲੀ ਬੋਲ ਸਕਦੇ ਨੇ, ਇਵੇਂ ਹਾਥੀ ਬਹੁਤ ਕੁਝ ਆਪਣੇ ਹਥਵਾਣ ਦਾ ਇਸ਼ਾਰਾ ਸਮਝਦਾ ਹੈ। ਉਸ ਹਾਥੀ ਨੂੰ ਸਿਖਲਾਈ ਦਿੱਤੀ ਗਈ ਕਿ ਇਹ ਹਾਥੀ ਜਾ ਕੇ ਆਨੰਦਗੜ੍ਹ ਦੇ ਕਿਲੇ ਨੂੰ ਟੱਕਰ ਮਾਰੇਗਾ, ਉਹਦੇ ਦਰਵਾਜ਼ੇ ਨੂੰ ਤੋੜ ਦੇਵੇਗਾ, ਚਕਨਾਚੂਰ ਕਰੇਗਾ, ਤੇ ਅਸੀਂ ਲੋਕ ਪਿੱਛੋਂ ਸਾਰੇ ਇਕੱਠੇ ਹੋ ਕੇ ਕਿਲੇ ਦੇ ਅੰਦਰ ਦਾਖਲ ਹੋ ਜਾਵਾਂਗੇ, ਤੇ ਥੋੜੇ ਜਿਹੇ ਬੰਦੇ ਨੇ ਅੰਦਰ ਹੱਥੋਂ ਹੱਥੀ ਫੜ ਲਵਾਂਗੇ ਜਾ ਕੇ। ਇਹ ਉਹਨਾਂ ਦੀ ਰਾਤ ਸਕੀਮ ਬਣੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੂਹੀਏ ਨੇ ਖਬਰ ਦਿੱਤੀ ਕਿ ਕੱਲ੍ਹ ਨੂੰ ਆਹ ਘਟਨਾ ਵਾਪਰਨ ਵਾਲੀ ਹੈ ਆਨੰਦਗੜ੍ਹ ਦੇ ਕਿਲੇ ਤੇ। ਗੁਰੂ ਮਹਾਰਾਜ ਜੀ ਨੇ ਇੱਕ ਤੇ ਦੁਨੀ ਚੰਦ ਦੀ ਕਹਾਣੀ ਤੁਹਾਨੂੰ ਪਤਾ ਹੀ ਹੈ ਕਿ ਉਹ ਦੌੜ ਗਿਆ ਸੀ। ਭਾਈ ਬਚਿੱਤਰ ਸਿੰਘ ਸਨ ਜਿਹੜੇ ਭਾਈ ਮਣੀ ਸਿੰਘ ਹੋਏ ਨੇ, ਜਿਨ੍ਹਾਂ ਦਾ
ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਲਾਹੌਰ ਦੇ ਅੰਦਰ। ਉਹਨਾਂ ਦੇ ਸਪੁੱਤਰ ਸਨ ਭਾਈ ਬਚਿੱਤਰ ਸਿੰਘ। ਗੁਰੂ ਮਹਾਰਾਜ ਜੀ ਨੇ ਆਖਿਆ ਕੋਈ ਗੱਲ ਨਹੀਂ, ਜੋ ਹਾਥੀ ਲੈ ਕੇ ਆ ਰਹੇ ਨੇ ਤੇ ਫਿਰ ਕੀ ਹੋਇਆ, ਉਹਨਾਂ ਦੇ ਹਾਥੀ ਦਾ ਮੁਕਾਬਲਾ ਸਾਡਾ ਭਾਈ ਬਚਿੱਤਰ ਸਿੰਘ ਕਰੇਗਾ। ਤੇ ਇਤਿਹਾਸ ਵਿੱਚ ਲਿਖਿਆ ਹੈ ਜੀ, ਬਚਿੱਤਰ ਸਿੰਘ ਬਹੁਤ ਵੱਡਾ ਬਲਵਾਨ ਨਹੀਂ ਸੀ, ਮਾੜੇ ਜਿਹੇ ਸਰੀਰ ਦਾ ਮਾਲਕ ਸੀ, ਛੋਟਾ ਜਿਹਾ ਕੱਦ ਸੀ, ਲੇਕਿਨ ਅੰਦਰ ਜੁਰਤ ਤੇ ਦਲੇਰੀ ਸੀ, ਤੇ ਨਾਲ ਗੁਰੂ ਦੀ ਰਹਿਮਤ ਸੀ, ਗੁਰੂ ਦਾ ਹੱਥ ਸੀ ਉਹਦੀ ਕੰਡ ਉੱਤੇ, ਉਹਦੇ ਸਿਰ ਉੱਤੇ। ਦਿਨ ਚੜ੍ਹਿਆ, ਉਹ ਹਾਥੀ ਆਇਆ। ਹੁਣ ਆਪਾਂ ਸਮਝ ਸਕਦੇ ਹਾਂ ਕਿ ਜੀ ਬੰਦੇ ਦਾ ਤੇ ਹਾਥੀ ਦਾ ਮੁਕਾਬਲਾ ਹੋ ਸਕਦਾ ਹੈ। ਇਹ ਤੇ ਕੋਈ ਮੁਕਾਬਲਾ ਨਹੀਂ। ਬੰਦੇ ਨਾਲ ਬੰਦਾ ਲੜੇ, ਦੋ ਬੰਦਿਆਂ ਨਾਲ ਇੱਕ ਬੰਦਾ ਲੜੇ, ਮੰਨ ਲਿਆ ਜਾ ਸਕਦਾ ਵੀ ਕਿਸੇ ਹੱਦ ਤੱਕ ਕੋਈ ਮੁਕਾਬਲਾ ਸੀ। ਪਰ ਇੱਕ ਬੰਦਾ ਹਾਥੀ ਨਾਲ ਲੜੇ, ਇਹ ਤੇ ਕੋਈ ਮੁਕਾਬਲਾ ਨਹੀਂ। ਸਰਾਸਰ ਵੱਧ ਆਏ ਉਹਨਾਂ ਪਹਾੜੀ ਰਾਜਿਆਂ ਦਾ। ਲੇਕਿਨ ਗੁਰੂ ਮਹਾਰਾਜ ਨੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਉਹਨੂੰ ਥਾਪੜਾ ਦੇ ਕੇ ਤੋਰਿਆ, ਭਾਈ ਬਚਿੱਤਰ ਸਿੰਘ ਤੂੰ ਜਾ, ਇਸ ਹਾਥੀ ਦਾ ਮੁਕਾਬਲਾ ਤੂੰ ਕਰਨਾ ਹੈ। ਭਾਈ ਸਾਹਿਬ ਨੇ ਘੋੜਾ ਲਿਆ ਤੇ ਆਨੰਦਪੁਰ ਵਿੱਚ ਨਾ ਉਹ ਸ਼ਸਤਰ ਅੱਜ ਮੌਜੂਦ ਹੈ ਜੀ, ਉਸ ਨੂੰ ਨਾਗਣੀ ਆਖਦੇ ਨੇ। ਲੰਬਾ ਬਰਸ਼ੇ ਵਰਗਾ ਉਹ ਸ਼ਸਤਰ ਹੈ, ਅੱਗੇ ਗੋਲ ਗੋਲ ਸੂਆ ਜਿਹਾ ਉਹਨੂੰ ਲੱਗਾ ਹੋਇਆ ਹੈ। ਘੋੜੇ ਤੇ ਸਵਾਰ ਹੋਏ ਭਾਈ ਸਾਹਿਬ ਨੇ ਉਹ ਨਾਗਣੀ ਬਰਸ਼ਾ ਹੱਥ ਵਿੱਚ ਫੜਿਆ, ਦਰਵਾਜ਼ਾ ਖੋਲ੍ਹਿਆ ਕਿਲੇ ਦਾ। ਹਾਥੀ ਸ਼ੂਕਦਾ ਆ ਰਿਹਾ ਸੀ, ਮਸਤ ਹੋਇਆ ਸ਼ਰਾਬ ਦੇ ਨਸ਼ੇ ਵਿੱਚ। ਭਾਈ ਸਾਹਿਬ ਨੇ ਘੋੜਾ ਦੌੜਾ ਕੇ ਉਹਦੇ ਮੱਥੇ ਵਿੱਚ ਉਹ ਨਾਗਣੀ ਐਸੇ ਜ਼ੋਰ ਨਾਲ ਮਾਰੀ ਕਿ ਉਹ ਲੋਹੇ ਦੀਆਂ ਤਵੀਆਂ ਨੂੰ ਚੀਰ ਕੇ ਹਾਥੀ ਦੇ ਅੰਦਰ ਮੱਥੇ ਵਿੱਚ ਲੰਘ ਗਈ। ਹਾਥੀ ਚੀਕਾਂ ਮਾਰਦਾ ਹੋਇਆ ਪਿੱਛੇ ਨੂੰ ਦੌੜਿਆ। ਪਿੱਛੇ ਉਹ ਫੌਜ ਸੀ ਪਹਾੜੀ ਰਾਜਿਆਂ ਦੀ। ਉਸ ਹਾਥੀ ਦੀ ਸੁੰਡ ਨਾਲ ਤਲਵਾਰਾਂ ਬੰਨੀਆਂ ਹੋਈਆਂ ਸਨ। ਜਿਵੇਂ ਹੀ ਉਹ ਪਿੱਛੇ ਚੀਕਾਂ ਮਾਰਦਾ ਦੌੜਿਆ, ਇੱਕ ਤੇ ਉਹਨੇ ਆਪਣੇ ਪੈਰਾਂ ਥੱਲੇ ਕਈ ਫੌਜੀ ਲਤਾੜ ਸੁੱਟੇ, ਤੇ ਕਈ ਉਹਦੀ ਸੁੰਨ ਨਾਲ ਜਿਹੜੀਆਂ ਤਲਵਾਰਾਂ ਬੰਨੀਆਂ ਸਨ ਉਹਨਾਂ ਨਾਲ ਜ਼ਖਮੀ ਹੋਏ, ਮਾਰੇ ਗਏ। ਉਹ ਦੌੜ ਗਏ। ਇਹ ਘਟਨਾ ਦੱਸਣ ਦਾ ਮੇਰਾ ਇੱਕੋ ਹੀ ਕਾਰਨ ਹੈ ਕਿ ਜਿਸ ਪਾਸੇ ਗੁਰੂ ਹੋਵੇਗਾ ਉਸ ਪਾਸੇ ਨੂੰ ਕੋਈ ਦੁਨੀਆ ਦੀ ਤਾਕਤ ਹਰਾ ਨਹੀਂ ਸਕਦੀ। ਤੇ ਗੁਰੂ ਦਾ ਮਤਲਬ ਹੁੰਦਾ ਹੈ ਜੀ ਪਰਮਾਤਮਾ ਦਾ ਜ਼ਾਹਰਾ ਰੂਪ ਹੁੰਦਾ ਹੈ ਗੁਰੂ। ਆਪਾਂ ਵੇਖਿਆ ਸੀ ਸੈਦ ਖਾਨ ਦੀ ਭੈਣ ਨਸੀਰਾ ਨੇ ਆਖਿਆ ਸੀ, ਸੈਦ ਖਾਨ ਮੇਰੇ ਵੀਰ ਤੂੰ ਚੱਲਿਆ, ਮੈਨੂੰ ਪਤਾ ਤੂੰ ਬੜਾ ਬਲਵਾਨ ਹੈ, ਔਰੰਗਜ਼ੇਬ ਨੇ ਤੈਨੂੰ ਥਾਪੜਾ ਦੇ ਕੇ ਤੋਰਿਆ ਹੈ, ਜਦੋਂ ਤੂੰ ਮੈਦਾਨ ਜਿੱਤ ਕੇ ਜਾਏਗਾ ਤੈਨੂੰ ਬੜੇ ਵੱਡੇ ਵੱਡੇ ਇਨਾਮ ਮਿਲਣੇ ਨੇ, ਔਰ ਤੇਰੀ ਜੈ ਜੈਕਾਰ ਹੋਣੀ ਹੈ ਸੰਸਾਰ ਦੇ ਅੰਦਰ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲੈ ਆਇਆ ਹੈ। ਪਰ ਵੀਰ ਮੇਰੀ ਇੱਕ ਗੱਲ ਸੁਣ, ਅੱਲਾ ਦੇ ਨਾਲ ਮੱਥਾ ਨਹੀਂ ਲਾਇਆ ਜਾ ਸਕਦਾ, ਅੱਲਾ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਣਾ। ਉਹ ਆਖਦਾ ਸੀ ਕਿਹੜੇ ਅੱਲਾ ਦੀ ਕਰਦੀ ਹੈ? ਗੁਰੂ ਗੋਬਿੰਦ ਸਿੰਘ, ਉਹਨੂੰ ਅੱਲਾ ਆਖਦੀ ਹੈ ਤੂੰ? ਉਹਨੇ ਆਖਿਆ ਮੈਂ ਆਖਦੀ ਹੀ ਨਹੀਂ, ਉਹ ਹਨ। ਤੇ ਜਦੋਂ ਸੈਦ ਖਾਨ ਆਇਆ ਸੀ, ਗੁਰੂ ਮਹਾਰਾਜ ਨੇ ਸਿਰਫ ਅੱਖਾਂ ਵਿੱਚ ਅੱਖਾਂ ਪਾਈਆਂ ਸਨ, ਉਹਦੇ ਹੱਥੋਂ ਤਲਵਾਰ ਹੀ ਡਿੱਗ ਪਈ। ਘੋੜੇ ਤੋਂ ਥੱਲੇ ਉਤਰਿਆ, ਜੋੜਾ ਉਤਾਰਿਆ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ। ਆਖਣ ਲੱਗਾ ਮੇਰੀ ਭੈਣ ਨੇ ਸੱਚ ਆਖਿਆ ਸੀ ਕਿ ਮੈਂ ਅੱਲਾ ਦੇ ਨੂਰ ਨਾਲ ਮੁਕਾਬਲਾ ਕਰਨ ਚੱਲਿਆ। ਮੈਂ ਨਹੀਂ ਸਾਂ ਮੰਨਦਾ ਉਹਦੀ ਗੱਲ, ਪਰ ਦਰਸ਼ਨ ਕਰਕੇ ਸਮਝ ਆ ਗਈ ਏ ਵੀ ਅੱਲਾ ਦੇ ਨੂਰ ਨਾਲ ਮੁਕਾਬਲਾ ਨਹੀਂ ਕੀਤਾ ਜਾਣਾ। ਸੋ ਜਿਹਦੇ ਵੱਲ ਗੁਰੂ ਹੋਵੇ ਜੀ, ਉਹਨੂੰ ਕੋਈ ਨਹੀਂ ਦੁਨੀਆ ਦੇ ਵਿੱਚ ਹਰਾ ਸਕਦਾ। ਸੋ ਗੁਰੂ ਮਹਾਰਾਜ ਜਿਹੜਾ ਇਹ ਸਵਾਲ ਆਇਆ ਸੀ ਕਿ ਵੱਡੀਆਂ ਵੱਡੀਆਂ ਫੌਜਾਂ ਦਾ ਮੁਕਾਬਲਾ ਕਰਦੇ ਸਨ, ਕਿਵੇਂ ਕਰ ਲੈਂਦੇ ਸਨ?
ਬਸ ਆਹ 2-3 ਗੱਲਾਂ ਨੇ ਜੀ। ਉਹਨਾਂ ਦੇ ਕੋਲ ਰੂਹਾਨੀਅਤ ਸੀ, ਉਹ ਜੁੜੇ ਹੋਏ ਸਨ ਪਰਮਾਤਮਾ ਦੇ ਨਾਲ। ਆਪਾਂ ਜੀ ਬਹੁਤ ਵਾਰੀ ਰੂਹਾਨੀਅਤ ਦੀਆਂ ਗੱਲਾਂ ਤੇ ਕਰਦੇ ਹਾਂ, ਪਰ ਮੈਨੂੰ ਨਾ ਇਹ ਚੀਜ਼ਾਂ ਪੜ੍ਹ ਕੇ, ਆਹ ਚੀਜ਼ਾਂ ਜਿਹੜੀਆਂ ਹੁਣ ਮੈਂ ਤਾਜ਼ੀਆਂ ਪੜ੍ਹੀਆਂ ਨੇ, ਇਉਂ ਮਹਿਸੂਸ ਹੋਣ ਲੱਗ ਪਿਆ ਕਿ ਅਸੀਂ ਅਜੇ ਰੂਹਾਨੀਅਤ ਦੇ ਰਾਹ ਤੇ ਇੱਕ ਪਹਿਲਾ ਕਦਮ ਵੀ ਨਹੀਂ ਰੱਖਿਆ। ਅਸੀਂ ਰੂਹਾਨੀਅਤ ਤੋਂ ਬੜੇ ਦੂਰ ਹਾਂ ਅਜੇ। ਜਿਨ੍ਹਾਂ ਲੋਕਾਂ ਦੇ ਅੰਦਰ ਰੂਹਾਨੀਅਤ ਉਪਜ ਪੈਂਦੀ ਏ, ਉਹ ਇਹੋ ਜਿਹੇ ਲੋਕ ਹੋ ਜਾਂਦੇ ਨੇ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦੇਣਾ, ਛੋਟੀ ਜੀ, 5-7 ਮਿੰਟ ਅਜੇ ਬਾਕੀ ਨੇ। ਗੁਰੂ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਲੋਕਾਂ ਨੇ, ਹਿੰਦੂ ਪਹਾੜੀ ਰਾਜਿਆਂ ਨੇ ਗਊ ਆਟੇ ਦੀ ਬਣਾ ਕੇ ਥਾਲੀ ਵਿੱਚ ਰੱਖ ਕੇ ਉਹਦੀਆਂ ਕਸਮਾਂ ਖਾਧੀਆਂ, ਪੰਡਿਤ ਪੰਮੇ ਪ੍ਰੋਹਤ ਨੂੰ ਭੇਜ ਕੇ। ਔਰੰਗਜ਼ੇਬ ਤੇ ਵਜ਼ੀਰ ਖਾਨ ਸਰਹੰਦ ਵਾਲੇ ਸੂਬੇ ਦੀਆਂ ਫੌਜਾਂ ਨੇ ਆਪਣਾ ਇੱਕ ਏਲਚੀ ਭੇਜਿਆ, ਇੱਕ ਸੁੰਦਰ ਰੁਮਾਲਿਆਂ ਵਿੱਚ ਲਪੇਟ ਕੇ ਉਹਨਾਂ ਦਾ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਉਹ ਭੇਜਿਆ। ਇਹਨਾਂ 2 ਤਰ੍ਹਾਂ ਦੇ ਲੋਕਾਂ ਨੇ, ਪੰਡਿਤ ਪੰਮੇ ਪ੍ਰੋਹਿਤ ਨੇ ਗਊ ਦੀਆਂ ਕਸਮਾਂ ਖਾਧੀਆਂ, ਵਜ਼ੀਰ ਖਾਨ ਵੱਲੋਂ ਆਏ ਹੋਏ ਮਨੁੱਖ ਨੇ ਇਸ ਪਵਿੱਤਰ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਕਿ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਕੇ ਚਲੇ ਜਾਓ, ਸਾਡੀ ਇੱਜ਼ਤ ਬਚ ਜਾਏਗੀ, ਕਿਉਂਕਿ 8-9 ਮਹੀਨੇ ਹੋ ਗਏ ਨੇ ਘੇਰਾ ਪਾਇਆ ਹੋਇਆ ਹੈ, ਤੁਹਾਡਾ ਅਸੀਂ ਵਾਲ ਵੀ ਵਿੰਗਾ ਨਹੀਂ ਕਰ ਸਕੇ। ਔਰੰਗਜ਼ੇਬ ਸਾਨੂੰ ਕੀ ਆਖੇਗਾ ਤੇ ਦੁਨੀਆ ਕੀ ਆਖੇਗੀ ਵੀ ਇਹ ਚੰਦ ਬੰਦੇ ਸਨ ਅੰਦਰ ਤੇ ਕਿਲਾ ਨਹੀਂ ਖਾਲੀ ਕਰਾ ਸਕੇ। ਅਸੀਂ ਆ ਕਸਮਾਂ ਖਾਂਦੇ ਹਾਂ ਕਿ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ, ਸਿਰਫ ਸਾਡੀ ਇੱਜ਼ਤ ਨੂੰ ਰੱਖਣ ਲਈ ਤੁਸੀਂ ਇਹ ਆਨੰਦਪੁਰ ਦਾ ਕਿਲਾ ਛੱਡ ਦਿਓ। ਕਿਲਾ ਛੱਡ ਦਿੱਤਾ ਗੁਰੂ ਮਹਾਰਾਜ ਜੀ ਨੇ। 19 ਤੇ 20 ਦਸੰਬਰ ਦੀ ਰਾਤ ਨੂੰ ਕਿਲਾ ਛੱਡਿਆ ਗਿਆ ਸੀ 1704 ਈਸਵੀ ਵਿੱਚ। ਜਿਵੇਂ ਹੀ ਕਿਲਾ ਛੱਡ ਕੇ ਗੁਰੂ ਮਹਾਰਾਜ ਆਪਣੇ ਜਥੇ ਸਹਿਤ ਅੱਗੇ ਤੁਰੇ ਸਰਸਾ ਵਾਲੇ ਪਾਸੇ ਨੂੰ, ਰੋਪੜ ਵਾਲੇ ਪਾਸੇ ਨੂੰ। ਸਰਸਾ ਤੋਂ ਪਹਿਲਾਂ ਹੀ ਇਹਨਾਂ ਨੇ ਪਿੱਛੋਂ ਆਪਣੀਆਂ ਕਸਮਾਂ ਨੂੰ ਪਰੇ ਕਰਕੇ ਹਮਲਾ ਕਰ ਦਿੱਤਾ। ਉੱਥੇ ਸਰਸਾ ਦੇ ਕਿਨਾਰੇ ਇੱਕ ਵੱਡਾ ਜੰਗ ਹੋਇਆ, ਵੱਡਾ ਯੁੱਧ ਹੋਇਆ, ਜਿਹਦੇ ਵਿੱਚ ਸੈਂਕੜੇ ਸਿੰਘ ਸ਼ਹੀਦ ਹੋਏ। ਉਹਨਾਂ ਵਿੱਚ ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਹੋਰ ਨਾਮਵਰ ਸਿੰਘ ਸ਼ਹੀਦ ਹੋਏ ਤੇ ਹਜ਼ਾਰਾਂ ਫੌਜੀ ਮਾਰੇ ਗਏ, ਜਿਹੜੇ ਪਿੱਛੋਂ ਜਿਨ੍ਹਾਂ ਨੇ ਹਮਲਾ ਕੀਤਾ ਸੀ। ਇਹ ਅੱਧੀ ਕੁ ਰਾਤ ਦੇ ਨੇੜੇ ਤੇੜੇ ਕਿਲਾ ਛੱਡਿਆ ਗਿਆ। ਥੋੜ੍ਹੀ ਦੇਰ ਬਾਅਦ ਹਮਲਾ ਹੋ ਗਿਆ। ਅੰਮ੍ਰਿਤ ਵੇਲਾ ਹੋਇਆ। ਮੈਂ ਆਖਿਆ ਜੀ ਤੁਹਾਨੂੰ ਅਜੇ ਆਪਾਂ ਰੂਹਾਨੀਅਤ ਦੇ ਰਾਹ ਤੇ ਕਦਮ ਵੀ ਨਹੀਂ ਰੱਖਿਆ। ਉਹ ਸਮਝਣ ਦੀ ਕੋਸ਼ਿਸ਼ ਕਰਨਾ ਜਰਾ। ਅੰਮ੍ਰਿਤ ਵੇਲਾ ਹੋਇਆ। ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖ ਸਾਥੀਆਂ ਨੂੰ ਆਖਿਆ ਵੀ ਤੁਸੀਂ ਇੱਥੇ ਫੌਜਾਂ ਦਾ ਮੁਕਾਬਲਾ ਕਰੋ ਜਿਨ੍ਹਾਂ ਨੇ ਪਿੱਛੋਂ ਆਪਣੇ ਤੇ ਹਮਲਾ ਕੀਤਾ ਹੈ, ਤੇ ਆਪਣੇ ਨਾਲ ਕੁਝ ਸਿੱਖ ਲਏ ਤੇ ਉਹਨਾਂ ਦਾ ਪਰਿਵਾਰ ਉਸ ਵਕਤ ਅਜੇ ਨਾਲ ਸੀ, ਤੇ ਆਖਣ ਲੱਗੇ ਆਓ ਇੱਥੇ ਬੈਠੀਏ, ਅੰਮ੍ਰਿਤ ਵੇਲਾ ਸੰਭਾਲੀਏ। ਆਹ ਹੈ ਰੂਹਾਨੀਅਤ, ਆਹ ਹੈ ਅਧਿਆਤਮਿਕਤਾ। ਲੱਖਾਂ ਦੀ ਗਿਣਤੀ ਵਿੱਚ ਫੌਜਾਂ ਦਾ ਉੱਤੇ ਹਮਲਾ ਹੋ ਚੁੱਕਾ ਹੈ। ਸੈਂਕੜੇ ਸਿੱਖ ਸ਼ਹੀਦ ਹੋ ਗਏ ਨੇ। ਤਲਵਾਰ ਤੇ ਤਲਵਾਰ ਖੜਕ ਰਹੀ ਏ, ਤੇ ਗੁਰੂ ਜੀ ਆਖਦੇ ਨੇ ਆਪਾਂ ਅੰਮ੍ਰਿਤ ਵੇਲਾ ਸੰਭਾਲਣਾ ਹੈ। ਬੈਠ ਜਾਓ, ਚੌਂਕੜੇ ਲਗਾਓ, ਰੱਬ ਨੂੰ ਚੇਤੇ ਕਰੋ। ਕੁਝ ਇਤਿਹਾਸਕਾਰਾਂ ਨੇ ਲਿਖਿਆ ਜੀ ਉਸੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਭਾਵੇਂ ਸਾਜ਼ ਕੋਲ ਨਹੀਂ ਹੋਣਗੇ, ਕੀਰਤਨ ਤੇ ਬਿਨਾਂ ਸਾਜ਼ਾਂ ਤੋਂ ਵੀ ਕੀਤਾ ਜਾ ਸਕਦਾ ਹੈ। ਕੀਰਤਨ ਕੀਤਾ। ਕੁਛ ਨੇ ਆਖਿਆ ਬਾਣੀ ਦਾ ਪਾਠ ਕੀਤਾ। ਕਿਸੇ ਇੱਕ ਨੇ ਲਿਖਿਆ ਉੱਥੇ ਬਹਿ ਕੇ ਉਹਨਾਂ ਧਿਆਨ ਕੀਤਾ ਵਾਹਿਗੁਰੂ ਜੀ ਦਾ। ਜੋ ਵੀ ਕੀਤਾ ਬਸ ਇਸ ਨੂੰ ਅਧਿਆਤਮਿਕਤਾ ਆਖਦੇ ਨੇ। ਕਹਿੰਦੇ ਨੇ ਇੱਕ ਗੋਲੀ ਆਈ
ਜਿਹੜੇ ਸਮਾਧੀਆਂ ਲਾ ਕੇ ਸਿੱਖ ਬੈਠੇ ਸਨ ਉਸ ਮੈਦਾਨੇ ਜੰਗ ਦੇ ਅੰਦਰ ਜੀ, ਮੈਦਾਨੇ ਜੰਗ ਦੇ ਅੰਦਰ ਕੋਈ ਰੱਬ ਦੇ ਨਾਮ ਨੂੰ ਯਾਦ ਕਰੇ, ਸਮਾਧੀ ਲਗਾਵੇ, ਚਫੇਰੇ ਤਲਵਾਰਾਂ ਖੜਕ ਰਹੀਆਂ ਹੋਣ, ਇਸ ਨੂੰ ਰੂਹਾਨੀਅਤ ਆਖਦੇ ਜੇ। ਇੱਕ ਗੋਲੀ ਆਈ ਕਿਸੇ ਫੌਜੀ ਜਵਾਨ ਦੀ, ਜਿਹੜੇ ਸਿੱਖ ਅੱਖਾਂ ਬੰਦ ਕਰਕੇ ਸਮਾਧੀਆਂ ਲਾ ਕੇ ਬੈਠੇ ਸਨ, ਇੱਕ ਦੇ ਕੰਨ ਦੇ ਕੋਲੋਂ ਦੀ ਗੋਲੀ ਲੰਘੀ, ਉਹ ਤਰਬਕਿਆ। ਗੁਰੂ ਮਹਾਰਾਜ ਨੇ ਆਖਿਆ, ਇਸ ਨੂੰ ਸਮਾਧੀ ਨਹੀਂ ਆਖਦੇ। ਸਮਾਧੀ ਉਹ ਹੁੰਦੀ ਹੈ ਗੋਲੀ ਸਿਰ 'ਚ ਵੱਜੇ ਤੇ ਸਮਾਧੀ ਨਾ ਉਖੜੇ, ਉਸ ਨੂੰ ਸਮਾਧੀ ਆਖਦੇ ਨੇ। ਔਰ ਇਤਿਹਾਸ ਗਵਾਹ ਹੈ ਜੀ, ਤਨ ਆਰੇ ਨਾਲ ਚੀਰਿਆ ਜਾ ਰਿਹਾ ਪਰ ਸਮਾਧੀ ਨਹੀਂ ਉਖੜੀ, ਬੰਦ ਕੱਟਿਆ ਜਾ ਰਿਹਾ ਪਰ ਸਮਾਧੀ ਨਹੀਂ ਖੁਲਾ ਸਕਿਆ ਕੋਈ, ਖੋਪਰੀ ਉਤਾਰ ਕੇ ਪਰੇ ਰੱਖ ਦਿੱਤੀ ਗਈ ਹੈ ਪਰ ਸਮਾਧੀ ਨਹੀਂ ਤੋੜ ਸਕਿਆ। ਆਹ ਚੀਜ਼ਾਂ ਪੜ੍ਹ ਕੇ, ਸੁਣ ਕੇ, ਸਮਝ ਕੇ ਮੈਨੂੰ ਇਉਂ ਲੱਗਣ ਲੱਗ ਪਿਆ ਅਸੀਂ ਅਜੇ ਇਸ ਮਾਰਗ ਤੇ ਇੱਕ ਕਦਮ ਵੀ ਨਹੀਂ ਅੱਗੇ ਪੁੱਟਿਆ। ਸਾਨੂੰ ਜ਼ਰੂਰ ਕੁਝ ਕਰਨਾ ਚਾਹੀਦਾ। ਸਿੱਖਿਆ ਲੈਣੀ ਆਪਾਂ ਗੁਰੂ ਦੇ ਇਤਿਹਾਸ ਤੋਂ, ਗੁਰੂ ਦੀ ਬਾਣੀ ਵਿੱਚੋਂ। ਗੁਰੂ ਸਾਹਿਬ ਮੈਦਾਨੇ ਜੰਗ ਵਿੱਚ ਲੜਨ ਲਈ ਨਹੀਂ ਸਨ ਆਏ, ਅਸਲ 'ਚ ਉਹ ਆਹ ਸਿਖਾਉਣ ਆਏ ਸਨ ਸਾਨੂੰ ਕਿ ਸਮਾਧੀ ਕਿਵੇਂ ਲਗਾਈ ਦੀ ਹੈ, ਪਰਮਾਤਮਾ ਦਾ ਧਿਆਨ ਕਿਵੇਂ ਕਰੀਦਾ ਹੈ, ਆਹ ਸਿਖਾਉਣ ਆਏ ਸਨ। ਗੁਰੂ ਜੀ ਨੇ ਆਪ ਜ਼ਫਰਨਾਮੇ ਵਿੱਚ ਲਿਖਿਆ ਸੀ, ਇਹ ਤੇ ਮੇਰੀ ਮਜਬੂਰੀ ਹੈ ਕਿਰਪਾਨ ਫੜਨਾ। ਇਹਨਾਂ ਲੋਕਾਂ ਨੇ ਮੈਨੂੰ ਮਜਬੂਰ ਕੀਤਾ ਕਿਰਪਾਨ ਫੜਨ ਤੇ ਮੈਨੂੰ ਫੜਨੀ ਪਈ ਏ। ਮੈਂ ਕਿਰਪਾਨ ਚਲਾਉਣ ਨਹੀਂ ਸਾਂ ਇੱਥੇ ਆਇਆ, ਮੈਂ ਤੇ ਸੰਤਾਂ ਨੂੰ ਅੱਗੇ ਤੋਰਨ ਆਇਆ ਸਾਂ। ਜਿੱਥੇ ਜਿੱਥੇ ਲੋਕ ਰੁਕੇ ਹੋਏ ਸਨ, ਜਿੱਥੇ ਜਿੱਥੇ ਇਹਨਾਂ ਦੀ ਸਮਾਧੀ ਠਹਿਰ ਗਈ ਸੀ, ਉੱਥੋਂ ਅੱਗੇ ਤੋਰਨ ਆਇਆ ਸਾਂ। ਪਰ ਇਹਨਾਂ ਕੁਝ ਲੋਕਾਂ ਨੇ ਮੈਨੂੰ ਮਜਬੂਰ ਕੀਤਾ ਤੇ ਮੈਨੂੰ ਇਹ ਕਿਰਪਾਨ ਫੜ ਕੇ ਮੈਦਾਨੇ ਜੰਗ ਵਿੱਚ ਆਉਣਾ ਪਿਆ। ਸੋ ਅੱਜ ਜੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਮੈਂ ਆਪ ਜੀ ਦੇ ਨਾਲ ਨਾ ਇੱਥੋਂ ਅੱਗੇ ਅਗਲੇ ਸ਼ੁੱਕਰਵਾਰ ਨੂੰ ਵਿਚਾਰ ਤੇ ਸੀ, ਅੱਜ ਆਪਾਂ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੱਕ ਗੱਲ ਕਰਾਂਗੇ। ਲੇਕਿਨ ਚਲੋ ਜਿੱਥੋਂ ਤੱਕ ਹੋ ਪਾਈ, ਸ਼ੁੱਕਰਵਾਰ ਨੂੰ ਆਪਾਂ ਇਸ ਤੋਂ ਅੱਗੇ ਗੁਰੂ ਮਹਾਰਾਜ ਸਰਸਾ ਨੂੰ ਪਾਰ ਕਰਦੇ ਨੇ, ਕਿਵੇਂ ਚਮਕੌਰ ਪਹੁੰਚਦੇ ਨੇ ਤੇ ਛੋਟੇ ਸਾਹਿਬਜ਼ਾਦੇ ਕਿਵੇਂ ਸਰਹੰਦ ਪਹੁੰਚਦੇ ਨੇ, ਉਹ ਸੰਖੇਪ ਵਿੱਚ ਗੱਲ ਕਰਾਂਗੇ ਸ਼ੁੱਕਰਵਾਰ ਨੂੰ। ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।